तो अगला सवाल जिहड़ा है वो बड़ा ध्यान मंगदा जी। मैं पहले सवाल पढ़ देना। सवाल है, गुरु नानक देव जी ਦੇ ਸਮੇਂ ਆਨੰਦ ਕਾਰਜ ਦੀ ਮਰਿਆਦਾ ਕਿਵੇਂ ਨਿਭਾਈ ਗਈ? ਗੁਰੂ ਅਮਰਦਾਸ ਜੀ ਨੇ ਆਪਣੀ ਨਿਗਰਾਨੀ ਵਿੱਚ ਬੀਬੀ ਮੱਥੋ ਤੇ ਭਾਈ ਪ੍ਰੇਮੇ ਦਾ ਆਨੰਦ ਕਾਰਜ ਜਿਹੜਾ ਉਹ ਕਿਸ ਰੀਤੀ ਨਾਲ ਕਰਵਾਇਆ? ਔਰ ਉਸ ਤੋਂ ਬਾਅਦ ਬੀਬੀ ਭਾਨੀ ਜੀ ਔਰ ਭਾਈ ਜੇਠਾ ਜੀ, ਬਾਅਦ ਵਿੱਚ ਗੁਰੂ ਰਾਮਦਾਸ ਜੀ, ਉਹਨਾਂ ਦੇ ਜਿਸ ਵੇਲੇ ਆਨੰਦ ਕਾਰਜ ਹੋਇਆ ਤਾਂ ਉਹ ਇੱਕ ਕਿਸ ਰੋਹ ਰੀਤੀ ਨਾਲ ਹੋਇਆ, ਇਹਨਾਂ ਬਾਰੇ ਇਹ ਉਹਨਾਂ ਨੇ ਸਵਾਲ ਕੀਤਾ। ਦੂਸਰਾ ਸਵਾਲ ਜਿਹੜਾ ਇਸੇ ਸਵਾਲ ਦਾ ਦੂਜਾ ਹਿੱਸਾ ਹੈ ਉਹ ਹੈ ਕਿ ਸੂਹੀ ਰਾਗ ਵਿੱਚ ਲਾਵਾਂ ਦਾ ਪਾਠ ਜਿਵੇਂ ਅੱਜ ਕੱਲ੍ਹ ਚੱਲਦਾ ਹੈ, ਉਹ ਸਵਾਲ ਕਰਨ ਵਾਲੇ ਪੁੱਛਦੇ ਨੇ ਜੀ ਵੀ ਇਹ ਕਦੋਂ ਤੋਂ ਸ਼ੁਰੂ ਹੋਇਆ, ਕਿੱਥੋਂ ਸ਼ੁਰੂ ਹੋਇਆ, ਇਹਦੇ ਬਾਰੇ ਵਿਚਾਰ ਚਾਹੀਦੀ ਹੈ। ਤਾਂ ਮੈਂ ਬੇਨਤੀ ਕਰਾਂਗਾ ਪ੍ਰਿੰਸੀਪਲ ਸੁਰਿੰਦਰ ਸਿੰਘ ਜੀ ਅਨੰਦਪੁਰ ਸਾਹਿਬ ਕਿਰਪਾ ਕਰਨ ਕਿ ਇਸ ਵਿਸ਼ੇ ਨੂੰ ਖੋਲ ਕੇ ਦੱਸਣ ਦੀ ਕਿਰਪਾ ਕਰਨ ਜੀ। ਪ੍ਰਿੰਸੀਪਲ ਸੁਰਿੰਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਗੁਰੂ ਨਾਨਕ ਪਾਤਸ਼ਾਹ ਨੇ ਮਾਰਿਆ ਸਿੱਖਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਇਸ ਨਿਰਮਲ ਪੰਥ ਦੀ ਜੀਵਨ ਜੁਗਤ ਜੀਵਨ ਸ਼ੈਲੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਵਰਤ ਦਿੱਤੀ ਸੀ। ਜਦੋਂ ਉਹਨਾਂ ਨੂੰ ਹਿੰਦੂ ਧਰਮ ਵਿੱਚ ਪ੍ਰਵੇਸ਼ ਕਰਨ ਦੇ ਲਈ ਜੰਝੂ ਦੀ ਮਰਜ਼ਾਦਾ ਅਦਾ ਕਰਨ ਦੇ ਲਈ ਪੰਡਤ ਜੀ ਨੇ ਜੰਝੂ ਪਹਿਨਾਣਾ ਸੀ, ਗੁਰੂ ਨਾਨਕ ਪਾਤਸ਼ਾਹ ਨੇ ਉਸ ਵੇਲੇ ਵੀ ਦੱਸਿਆ, ਮੈਂ ਇਸ ਜੰਝੂ ਨਾਲ ਸਹਿਮਤ ਨਹੀਂ। ਇਸ ਜੰਝੂ ਦੀ ਜਗ੍ਹਾ ਜੇ ਆਹ ਜੰਝੂ ਤਿਆਰ ਕੀਤਾ ਜਾਵੇ, ਕਿਉਂਕਿ ਸਾਖੀ ਸੰਗਤਾਂ ਜਾਣਦੀਆਂ ਨੇ। ਤੇ ਜਦੋਂ ਆਨੰਦ ਕਾਰਜ ਦੀ ਵਾਰੀ ਆਈ, ਸੱਚੇ ਪਾਤਸ਼ਾਹ ਨੇ ਉਸ ਵੇਲੇ ਵੀ, ਕਿਉਂਕਿ ਉਹ ਉਹ ਧਰਮ ਸੰਸਕਾਰ ਸੀ। 4 ਸੰਸਕਾਰ ਜ਼ਿੰਦਗੀ ਦੇ ਹੁੰਦੇ ਨੇ। ਪਹਿਲਾ ਜਨਮ ਸੰਸਕਾਰ, ਦੂਜਾ ਧਰਮ ਸੰਸਕਾਰ, ਤੀਜਾ ਵਿਆਹ ਸੰਸਕਾਰ ਕਹਿ ਲਈਏ ਜਿਹਨੂੰ ਆਨੰਦ ਸੰਸਕਾਰ ਅਸੀਂ ਕਹਿੰਦੇ ਹਾਂ, ਤੇ ਚੌਥਾ ਮ੍ਰਿਤਕ ਸੰਸਕਾਰ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੇ ਸਮੇਂ ਵਿੱਚ ਹੀ ਇਹ ਸਾਰੇ ਸੰਸਕਾਰ ਕਰਨ ਵੇਲੇ ਸਾਡਾ ਪ੍ਰੋਤਵਾਦ ਤੋਂ ਜਾਂ ਧਾਰਮਿਕ ਆਗੂ ਤੋਂ ਖਹਿੜਾ ਛੁਡਾਉਂਦੇ ਹੋਏ ਇੱਕ ਨਵੀਂ ਮਰਜ਼ਾਦਾ ਜਿਹੜੀ ਸਾਨੂੰ ਦੇ ਦਿੱਤੀ ਸੀ। ਸੋ ਜਦੋਂ ਆਨੰਦ ਕਾਰਜ ਗੁਰੂ ਨਾਨਕ ਪਾਤਸ਼ਾਹ ਦਾ ਚੱਲ ਬਟਾਲੇ ਵਿਖੇ ਹੋਣ ਲੱਗਾ, ਉਸ ਵੇਲੇ ਇਤਿਹਾਸ ਦੇ ਵਿੱਚ ਲਿਖਿਆ ਹੈ ਗੁਰੂ ਨਾਨਕ ਪਾਤਸ਼ਾਹ ਦੇ ਵਿਆਹ ਦੀ ਪੂਰੀ ਤਿਆਰੀ ਹੋ ਗਈ। ਕਿਉਂਕਿ ਗੁਰੂ ਪਾਤਸ਼ਾਹ ਦਾ ਆਪਣਾ ਢੰਗ ਹੁੰਦਾ ਸੀ, ਜਿਹੜੀ ਗੱਲ ਲੋਕਾਂ ਨੂੰ ਸਮਝਾਣੀ ਸੀ ਉਹ ਇਕੱਲੇ ਹੀ ਬਹਿ ਕੇ ਜਾਂ ਆਪਣੇ ਸਹੁਰੇ ਨਾਲ ਇਕੱਲੀ ਗੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਜਿਵੇਂ ਜੰਝੂ ਵੇਲੇ ਸਾਰੀ ਬਰਾਦਰੀ ਇਕੱਠੀ ਹੋ ਗਈ, ਇਸੇ ਤਰ੍ਹਾਂ ਆਨੰਦ ਕਾਰਜ ਵੇਲੇ ਸਾਰੀ ਬਰਾਦਰੀ ਜਦੋਂ ਇਕੱਠੀ ਹੋਈ ਪਈ ਸੀ ਤੇ ਪੰਡਤ ਜੀ ਨੇ ਅੱਗ ਬਾਲ ਦਿੱਤੀ, ਬੇਦੀ ਗੱਡੀ, ਉਹਦੀਆਂ ਲਾਵਾਂ ਲੈਣੀਆਂ ਸਨ। ਸੱਚੇ ਪਾਤਸ਼ਾਹ ਨੇ ਉੱਥੇ ਵੀ ਕਹਿ ਦਿੱਤਾ, ਪੰਡਤ ਜੀ ਮੈਂ ਇਸ ਮਰਜ਼ਾਦਾ ਦੇ ਨਾਲ ਸਹਿਮਤ ਨਹੀਂ। ਤੇ ਹੈਰਾਨ ਹੋ ਕੇ ਕੁਲ ਪ੍ਰੋਧ ਪੰਡਤ ਹਰਦਿਆਲ ਨੇ ਪੁੱਛਿਆ ਸੀ ਤੇ ਜਦੋਂ ਜੰਝੂ ਪਹਿਨਾਉਣ ਲੱਗੇ ਉਦੋਂ ਵੀ ਤੁਸੀਂ ਇਹ ਪੰਗਾ ਖੜਾ ਕੀਤਾ ਸੀ। ਗੁਸਤਾਖੀ ਮਾਫ, ਗੁੱਸਾ ਨਹੀਂ ਕਰਨਾ, ਮੇਰੀ ਸ਼ਬਦਾਵਲੀ ਦਾ ਕਿਹਾ ਹੀ ਹੋਣਾ, ਕਿਉਂਕਿ ਸਾਡੀ ਮਾਤ ਭਾਸ਼ਾ ਹੈ। ਤੇ ਹੁਣ ਨਵਾਂ ਪੰਗਾ ਤੂੰ ਫੇਰ ਖੜਾ ਕਰ ਦਿੱਤਾ, ਤੇਰਾ ਵਿਆਹ ਕਿਵੇਂ ਕਰੀਏ? ਗੁੱਸਾ ਤਾਂ ਕਿੰਨਾ ਚੜ ਗਿਆ ਸੀ ਉਸ ਵੇਲੇ ਪ੍ਰੋਧਵਾਦ ਦਾ। ਇਹ ਤਾਂ ਉਹ ਕੰਧ ਬਟਾਲੇ ਦੀ ਦੱਸਦੀ। ਪਰ ਸੱਚੇ ਪਾਤਸ਼ਾਹ ਦੇ ਆਹ ਜਿਹੜਾ ਸਵਾਲ ਦਾ ਜਵਾਬ, ਇਹ ਆਨੰਦ ਕਾਰਜ ਫਿਰ ਕਿਵੇਂ ਹੋਏ? ਇਹ ਆਨੰਦ ਕਾਰਜ ਕਰਨ ਦੇ ਲਈ ਸੱਚੇ ਪਾਤਸ਼ਾਹ ਨੇ ਵੀ ਇੱਕ ਨਵਾਂ ਸਿਧਾਂਤ ਦਿੱਤਾ ਕਿ ਮੈਂ ਸ਼ਬਦ ਗੁਰੂ ਨੂੰ ਮੰਨਣ ਵਾਲਾ ਹਾਂ, ਇਸ ਲਈ ਸ਼ਬਦ ਗੁਰੂ ਦੇ ਦੁਆਲੇ ਹੀ ਪ੍ਰਕਰਮਾਂ ਹੋਣਗੀਆਂ। ਉਸ ਵੇਲੇ ਸ਼ਬਦ ਗੁਰੂ ਮੂਲ ਮੰਤਰ ਦੇ ਰੂਪ ਵਿੱਚ ਸੱਚੇ ਪਾਤਸ਼ਾਹ ਨੇ ਸੰਸਾਰ ਨੂੰ ਜਦ ਪ੍ਰਗਟ ਕਰ ਦਿੱਤਾ ਸੀ। ਇਸ ਲਈ ਭਾਈ ਸਾਹਿਬ ਭਾਈ ਗਿਆਨ ਮਨੀ ਸਿੰਘ ਜੀ ਗਿਆਨ ਰਤਨਾਵਲੀ ਦੇ ਵਿੱਚ ਤੇ ਮਹਿਮਾ ਪ੍ਰਕਾਸ਼ ਨੇ ਵੀ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇੱਕ ਚੌਂਕੀ ਮੰਗਾਈ, ਕਾਗਜ਼ ਦਵਾਤ, ਕਲਮ ਦਵਾਤ ਤੇ ਕਾਗਜ਼ ਮੰਗਾਇਆ, ਉਹਦੇ ਉੱਤੇ ਮੂਲ ਮੰਤਰ ਲਿਖ ਕੇ ਉਹਦੀਆਂ 4 ਪ੍ਰਕਰਮਾਂ ਕਰਕੇ ਆਪਣੇ ਆਨੰਦ ਕਾਰਜ ਦੀ ਮਰਜ਼ਾਦਾ ਜਿਹੜੀ ਹੈ ਉਹ ਸੱਚੇ ਪਾਤਸ਼ਾਹ ਨੇ ਆਪ ਪ੍ਰਾਰੰਭ ਕਰਕੇ ਜੋ ਨਾਨਕ ਨਿਰਮਲ ਪੰਥ ਚਾਲੂ ਕੀਤਾ ਸੀ, ਉਹਦੇ ਲਈ ਇਹ ਵੱਖਰੀ ਮਰਜ਼ਾਦਾ ਆਨੰਦ ਸੰਸਕਾਰ ਦੀ ਨੀਅਤ ਕਰ ਦਿੱਤੀ ਸੀ। ਉਸ ਤੋਂ ਬਾਅਦ ਜਿੰਨੇ ਵੀ ਨਾਨਕ ਪੰਥੀ ਭਾਵ ਗੁਰੂ ਨਾਨਕ ਪਾਤਸ਼ਾਹ ਦੇ ਸਿੱਖ ਹੁੰਦੇ ਸੀ ਜਾਂ ਗੁਰਸਿੱਖ ਬੱਚੇ ਬੱਚੀਆਂ ਦੇ ਆਨੰਦ ਕਾਰਜ ਇਉਂ ਲੱਗਦਾ ਵੀ ਕਾਫੀ ਦੇਰ ਤੱਕ, ਬਲਕਿ ਗੁਰੂ ਅੰਗਦ ਦੇਵ ਜੀ ਦੇ ਸਮੇਂ ਵਿੱਚ ਵੀ ਇਹ ਆਨੰਦ ਕਾਰਜ ਦੀ ਮਰਜ਼ਾਦਾ ਜਿਹੜੀ ਹੈ ਮੂਲ ਮੰਤਰ ਦੇ ਨਾਲ ਹੁੰਦੀ ਰਹੀ। ਅੱਜ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਵੀ ਗੁਰੂ ਨਾਨਕ ਪੰਥੀ ਜਿੰਨੇ ਵੀ ਸਿਕਲੀਗਰ, ਬੰਜਾਰੇ, ਨਾਨਕ ਪੰਥੀ, ਸਤਨਾਮੀਏ ਸਿੱਖ ਜਦੋਂ ਆਪਣੇ ਜਿਹੜੇ ਸਿੱਖੀ ਤੋਂ ਦੂਰ ਬੈਠੇ, ਪੰਜਾਬ ਤੋਂ ਦੂਰ ਬੈਠੇ ਨੇ, ਸਾਡੇ ਨਾਲੋਂ ਟੁੱਟੇ ਹੋਏ ਨੇ ਔਰ ਹਿੰਦੁਸਤਾਨ ਦੀਆਂ ਵੱਖ-ਵੱਖ ਸਟੇਟਾਂ ਦੇ ਵਿੱਚ ਉਹ ਲਗਭਗ ਕੋਈ 12 ਕਰੋੜ ਤੋਂ ਲੈ ਕੇ 15 ਕਰੋੜ ਦੀ ਗਿਣਤੀ ਦੱਸ ਰਿਹਾ ਹੈ, ਉਹਨਾਂ ਦੇ ਸਾਰਿਆਂ ਦੇ ਉਹ ਮਰਜ਼ਾਦਾ ਅੱਜ ਤੱਕ ਚਾਲੂ ਹੈ। ਜਦੋਂ ਵੀ ਉਹਨਾਂ ਦੇ ਆਨੰਦ ਕਾਰਜ ਹੁੰਦੇ ਨੇ
ਤੇ ਉਹ ਮੂਲ ਮੰਤਰ ਦਾ ਪਾਠ ਲਿਖ ਕੇ ਆਨੰਦ ਕਾਰਜ ਦੀ ਮਰਜ਼ਾਦਾ ਵੀ ਕਰਦੇ ਨੇ। ਤੇ ਜੋ ਉਹਨਾਂ ਦੇ ਜੀਵਨ ਦਾ ਕੋਈ ਵੀ ਕਾਰਜ ਹੁੰਦਾ ਹੈ ਉਹ ਮੂਲ ਮੰਤਰ ਦੇ ਸਹਾਰੇ ਹੀ, ਜਾਂ ਜਿੰਨੀ ਜਿੰਨੀ ਕੁ ਬਾਣੀ ਉਹਨਾਂ ਕੋਲ ਪਹੁੰਚ ਚੁੱਕੀ ਹੈ ਉਹਦੇ ਸਹਾਰੇ ਹੀ ਆਪਣੀ ਜ਼ਿੰਦਗੀ ਦੇ ਸਾਰੇ ਕਾਰਜ ਪੂਰੇ ਕਰਦੇ ਨੇ। ਇਹ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ। ਸੋ ਕੁਦਰਤੀ ਗੱਲ ਹੈ, ਜੇ ਅੱਜ ਤੱਕ ਉਹਨਾਂ ਦੀ ਮਰਜ਼ਾਦਾ ਇਹ ਚੱਲੀ ਹੋਈ ਹੈ ਤੇ ਗੁਰੂ ਅੰਗਦ ਦੇਵ ਜੀ ਮਹਾਰਾਜ ਵੇਲੇ ਵੀ ਇਹ ਮਰਜ਼ਾਦਾ ਇਹੀ ਲਾਗੂ ਹੋਈ ਰਹੇਗੀ, ਕਿਉਂਕਿ ਉਸ ਵੇਲੇ ਥੋੜਾ ਕੁ ਵਾਧਾ ਹੋ ਚੁੱਕਾ ਸੀ ਕਿ ਪੋਥੀ ਪਰਮੇਸ਼ਰ ਦਾ ਥਾਨ। ਗੁਰੂ ਨਾਨਕ ਪਾਤਸ਼ਾਹ ਨੇ ਜਿੰਨੀ ਬਾਣੀ ਦੀ ਪੋਥੀ ਆਪਣੇ ਕੋਲ ਆਪਣੀ ਤੇ ਭਗਤਾਂ ਦੀ ਇਕੱਤਰ ਕੀਤੀ ਸੀ, ਉਹ ਪ੍ਰਾਤਨ ਜਨਮ ਸਾਖੀ ਦੀ ਸਾਖੀ ਨੰਬਰ 57 ਦੇ ਮੁਤਾਬਕ ਤਿਤ ਮਹਿਲ ਸ਼ਬਦ ਜੋ ਹੋਆ ਸੋ ਪੋਥੀ ਗੁਰੂ ਅੰਗਦ ਜੋਗ ਮਿਲੀ। ਗੁਰੂ ਅੰਗਦ ਦੇਵ ਜੀ ਦੀ ਬਾਣੀ ਦੀ ਪੋਥੀ ਉਹਨਾਂ ਦੇ ਹਵਾਲੇ ਕਰਤੀ ਸੀ। ਤੇ ਹੋ ਸਕਦਾ ਹੈ ਜਿਹੜੀਆਂ ਪ੍ਰਕਰਮਾਂ ਵਾਲੀ ਗੱਲ ਹੈ ਉਹ ਭਾਵੇਂ ਮੂਲ ਮੰਤਰ ਦਾ ਹੀ ਪਾਠ ਹੁੰਦਾ ਹੋਵੇ ਜਾਂ ਕੁਝ ਵਾਧਾ ਕਰ ਦਿੱਤਾ ਗਿਆ ਹੋਵੇ, ਅਨੁਮਾਨ ਹੈ, ਪਰ ਪ੍ਰਕਰਮਾ ਪੋਥੀ ਦੀ ਸ਼ੁਰੂ ਹੋ ਗਈ ਹੋਵੇਗੀ। ਤੀਜੇ ਪਾਤਸ਼ਾਹ ਦੇ ਵੇਲੇ ਜਦੋਂ ਆ ਗੱਲ ਆਉਂਦੀ ਹੈ ਕਿ ਭਾਈ ਮੱਥੋ ਮੁਰਾਰੀ ਦਾ ਆਨੰਦ ਕਾਰਜ ਕਿਵੇਂ, ਕਿਉਂਕਿ ਗੁਰੂ ਅਰਜਨ ਦੇਵ ਜੀ ਦੀ ਹਾਜ਼ਰੀ ਦੇ ਵਿੱਚ ਹੋਇਆ ਸੀ। ਸੋ ਉਹੀ ਜੋਤ ਜਿਹੜੀ ਸੀ ਉਹ ਦੇ ਕਾਇਆ ਪਲਟ ਕੇ ਗੁਰੂ ਅਮਰਦਾਸ ਜੀ ਦੇ ਰੂਪ ਵਿੱਚ ਆ ਚੁੱਕੀ ਸੀ ਤੇ ਗੁਰੂ ਨਾਨਕ ਦੀ ਉਹੀ ਜੋਤ ਸੀ। ਤੇ ਗੁਰੂ ਪਾਤਸ਼ਾਹ ਦੇ ਇਹ ਕਿਤੇ ਨਾ ਕਿਤੇ ਲਿਖਤ ਜ਼ਰੂਰ ਮਿਲਦੀ ਹੈ ਕਿ ਗੁਰੂ ਪਾਤਸ਼ਾਹ ਨੇ, ਜਾਂ ਪਰੰਪਰਾ ਹੈ ਸਾਡੀ, ਜਾਂ ਲਿਖਤੀ ਰੂਪ ਵਿੱਚ, ਕਿ ਤੀਜੇ ਪਾਤਸ਼ਾਹ ਨੇ ਆਨੰਦ ਸਾਹਿਬ ਦਾ ਪਾਠ ਕਰਕੇ ਆਪਣੇ ਗੁਰਸਿੱਖਾਂ ਦੇ ਆਨੰਦ ਕਾਰਜ ਦੀ ਮਰਜ਼ਾਦਾ ਜਿਹੜੀ ਹੈ ਉਹ ਕਰਵਾਈ ਜਾਂਦੀ ਸੀ, ਨਿਭਾਈ ਜਾਂਦੀ ਸੀ। ਮੱਥੋ ਮੁਰਾਰੀ ਦੀ ਗੱਲ ਆਈ ਹੈ, ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਕਿਉਂਕਿ ਪਹਿਲਾਂ ਉਹ ਗੁਰਗੱਦੀ ਤੇ ਨਹੀਂ ਸੀ ਜਦੋਂ ਉਹਨਾਂ ਦਾ ਆਨੰਦ ਕਾਰਜ ਹੋਇਆ। ਉਹ 1557 ਦੇ ਵਿੱਚ ਗੁਰਗੱਦੀ ਤੇ ਬੈਠੇ ਨੇ, ਔਰ 1552 ਦੇ ਵਿੱਚ ਉਹ ਤੋਂ ਕੁਝ ਸਮਾਂ ਪਹਿਲਾਂ ਉਹਨਾਂ ਦਾ ਆਨੰਦ ਕਾਰਜ ਹੋਇਆ। ਸੋ ਹੋ ਸਕਦਾ ਭਾਵੇਂ ਲਿਖਤੀ ਰੂਪ ਵਿੱਚ ਨਹੀਂ, ਜਿਹੜੀ ਗੁਰੂ ਅਮਰਦਾਸ ਜੀ ਨੇ ਮਰਜ਼ਾਦਾ ਇੱਕ ਸਿੱਖ ਲਈ ਬਣਾਈ ਤੇ ਦੂਜੇ ਲਈ ਬਦਲਣੀ ਨਹੀਂ ਸੀ, ਉਹ ਮਰਜ਼ਾਦਾ ਦੇ ਮੁਤਾਬਕ ਹੀ ਆਨੰਦ ਸਾਹਿਬ ਦਾ ਪਾਠ ਕਰਕੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਇਹ ਆਨੰਦ ਕਾਰਜ ਕੀਤਾ ਗਿਆ ਸੀ। ਤੇ ਚੌਥੇ ਪਾਤਸ਼ਾਹ ਜਦੋਂ ਗੁਰਗੱਦੀ ਦੇ ਵਾਰਿਸ ਸਾਹਿਬ ਬਣੇ, ਉਹਨਾਂ ਨੇ ਸਦਾ ਲਈ ਬ੍ਰਾਹਮਣਵਾਦ, ਕ੍ਰੋਧਵਾਦ ਤੋਂ ਸਾਡਾ ਖਹਿੜਾ ਛੁਡਾਉਣ ਵਾਸਤੇ, ਸਿੱਖੀ ਦਾ ਨਿਆਰਾਪਣ ਕਾਇਮ ਕਰਨ ਵਾਸਤੇ ਉਸੇ ਹੀ ਪ੍ਰੋਗਰਾਮ ਨੂੰ ਡਿਵੈਲਪ ਕੀਤਾ ਤੇ ਆਨੰਦ ਕਾਰਜ ਦੇ ਲਈ 4 ਸੂਹੀ ਦੀਆਂ ਲਾਵਾਂ ਦੇ ਵਿੱਚ 4 ਸ਼ਬਦ ਜਿਹੜੇ ਉਚਾਰਨ ਕੀਤੇ। ਉਸ ਤੋਂ ਬਾਅਦ ਇਹ ਸਾਡੇ ਵਿੱਚ ਕਦੋਂ ਚਾਲੂ ਹੋਇਆ, ਇਹ ਬਹੁਤਾ ਤਾਂ ਲਿਖਤੀ ਰੂਪ ਵਿੱਚ ਨਹੀਂ ਮਿਲਦਾ। ਜਿਸ ਤਰ੍ਹਾਂ ਮੈਂ ਕਿਤਾਬਾਂ ਲੱਭਦਾ ਰਿਹਾ, ਕਈ ਗ੍ਰੰਥ ਲੱਭਣ ਦੀ ਕੋਸ਼ਿਸ਼ ਕੀਤੀ, ਪਰ ਇੱਕ ਉਸਤ ਗਿਆਨੀ ਮੱਲ ਸਿੰਘ ਜੀ, ਜੋ ਸਾਬਕਾ ਹੈਡ ਗ੍ਰੰਥੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੇ ਹੁਣ ਤੱਕ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਾਹਿਬ ਰਹੇ, ਉਹ ਕਿਤਾਬ ਉਹਨਾਂ ਨੇ ਮੈਨੂੰ ਵੀ ਦਿੱਤੀ ਸੀ। ਤੇ ਉਹਦੇ ਵਿੱਚ ਉਹਨਾਂ ਨੇ ਲਿਖਿਆ ਸਰਵ ਧਰਮ ਮੈਂ ਗ੍ਰਿਸ਼ਟ ਪ੍ਰਧਾਨ, ਗੁਰਬਿਲਾਸ ਦਾ ਹਵਾਲਾ ਦੇ ਕੇ, ਗੁਰਬਿਲਾਸ ਪਾਤਸ਼ਾਹੀ 6ਵੀਂ ਦਾ ਹਵਾਲਾ ਦੇ ਕੇ ਇਹ ਗੱਲ ਲਿਖੀ ਹੈ ਕਿ ਸਭ ਤੋਂ ਪਹਿਲਾ ਆਨੰਦ ਕਾਰਜ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਬੇਟੀ ਬੀਬੀ ਬੀਰੋ ਜੀ ਦਾ ਝਬਾਲ ਵਿਖੇ ਹੋਇਆ। ਸਵਾਲ ਦਾ ਉੱਤਰ, ਸਭ ਤੋਂ ਪਹਿਲਾਂ ਕਿਸ ਜੋੜੇ ਦੇ ਆਨੰਦ ਕਾਰਜ ਹੋਏ? ਲਿਖਤੀ ਰੂਪ ਵਿੱਚ ਤਾਂ ਸਾਨੂੰ ਇਹੀ ਗੱਲ ਮਿਲੀ ਹੈ ਕਿ ਬੀਬੀ ਬੀਰੋ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਬੇਟੀ, ਗੁਰੂ ਤੇਗ ਬਹਾਦਰ ਜੀ ਦੀ ਭੈਣ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਭੂਆ ਜੀ ਲੱਗਦੇ ਸਨ। ਉਹਨਾਂ ਦਾ ਆਨੰਦ ਕਾਰਜ ਹੋਣਾ ਸੀ ਅੰਮ੍ਰਿਤਸਰ ਵਿਖੇ, ਗੁਰੂ ਕੇ ਮਹਿਲ, ਜਿੱਥੇ ਗੁਰੂ ਪਾਤਸ਼ਾਹ ਦਾ ਟਿਕਾਣਾ ਸੀ। ਪਰ ਅਚਨਚੇਤ ਮੁਖਲਿਸ ਖਾਨ ਨੇ ਹਮਲਾ ਕਰ ਦਿੱਤਾ। ਇਤਿਹਾਸ ਤੋਂ ਸਾਰੇ ਜਾਣੂ ਨੇ ਕਿ ਜਿਸ ਰਾਤ, ਇੱਕ ਰਾਤ ਪਹਿਲਾਂ ਆਨੰਦ ਕਾਰਜ ਦੀ ਡੇਟ ਨਿਯਤ ਕੀਤੀ ਹੋਈ ਸੀ, ਉਧਰ ਮੁਖਲਿਸ ਖਾਨ ਦਾ ਹਮਲਾ ਹੋ ਗਿਆ। ਗੁਰੂ ਪਾਤਸ਼ਾਹ ਨੇ ਮੁਖਲਿਸ ਖਾਨ ਦਾ ਮੁਕਾਬਲਾ ਕਰਨ ਲਈ ਆਪਣੀਆਂ ਫੌਜਾਂ ਲਾ ਕੇ ਗੁਰੂ ਪਰਿਵਾਰ ਨੂੰ ਝਬਾਲ ਵਿਖੇ ਭਾਈ ਲੰਘਾ ਜੀ ਦੀ ਹਵੇਲੀ ਦੇ ਵਿੱਚ ਭੇਜ ਦਿੱਤਾ। ਤੇ ਹੋ ਸਕਦਾ ਇਹ ਲੜਾਈ ਜਿਹੜੀ ਹੈ 14 ਅਪ੍ਰੈਲ 1634 ਨੂੰ ਲਿਖੀ ਗਈ ਸਾਡੀਆਂ ਕਿਤਾਬਾਂ ਵਿੱਚ, ਇੱਕ ਅੱਧਾ ਦਿਨ ਅੱਗੇ ਪਿੱਛੇ ਵੀ ਹੋ ਸਕਦਾ। ਲਗਭਗ 15 ਅਪ੍ਰੈਲ 1634 ਈਸਵੀ ਨੂੰ ਇਹ ਪਹਿਲਾ ਆਨੰਦ ਕਾਰਜ ਜਿਹੜਾ ਸੀ ਉਹ ਇਹਦੇ ਵਿੱਚ ਬੀਬੀ ਬੀਰੋ ਜੀ ਦਾ ਹੋਇਆ ਹੈ। ਤੇ ਜੇ ਅਸੀਂ, ਇਹ ਤਾਂ ਇੱਕ ਲਿਖਤੀ ਪ੍ਰੂਫ ਮਿਲ ਗਿਆ, ਪਰ ਜੇ ਅਨੁਮਾਨ ਲਾਈਏ ਕਿ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰਗੱਦੀ ਦੇ ਵਾਰਿਸ 1581 ਬਣ ਗਏ। ਪਰ ਸਿੱਖ ਮਿਸ਼ਨਰੀ ਕਾਲਜ ਦੀ ਕਿਤਾਬ ਵਿੱਚ ਲਿਖਿਆ ਉਹਨਾਂ ਦਾ ਆਨੰਦ ਕਾਰਜ 1599 ਈਸਵੀ ਨੂੰ ਪਿੰਡ ਮੋਹ, ਜ਼ਿਲ੍ਹਾ ਜਲੰਧਰ, ਭਾਈ ਕਿਸ਼ਨ ਚੰਦ ਦੀ ਲੜਕੀ ਮਾਤਾ ਗੰਗਾ ਜੀ ਦੇ ਨਾਲ ਹੋਇਆ ਸੀ। ਤੇ ਉਹ ਗੁਰੂ ਨਾਨਕ ਜੋਤ ਜਿਹੜੀ 5ਵੇਂ ਜਾਮੇ ਵਿੱਚ ਆ ਚੁੱਕੀ ਸੀ, ਪਰ ਜਿਹੜੇ ਐਲਾਨ ਕਰਦੇ ਸੀ ਕਿ ਵਰਤਨਾ ਰਹੋ ਨਾ ਮਾਂ ਰਮਦਾਨਾ ਤਿਸ ਸੇਵੀ ਜੋ ਰੱਖੇ ਨਿਦਾਨਾ,
ਏ ਗੁਸਾਈ ਅੱਲਾ ਮੇਰਾ ਹਿੰਦੂ ਤੁਰਕ ਦੁਆਨ ਨਵੇਰਾ ਅੱਜ ਕਾਬੇ ਜਾਮ ਨਾ ਤੀਰਥ ਪੂਜਾ ਇੱਕੋ ਸੇਵੀ ਅਵਰ ਨਾ ਦੂਜਾ ਐਂਡ ਵਿੱਚ ਕਹਿੰਦੇ ਨਾ ਹਮ ਹਿੰਦੂ ਨਾ ਮੁਸਲਮਾਨ ਅੱਲਾ ਰਾਮ ਕੇ ਪਿੰਡ ਪ੍ਰਾਨ। ਤੇ ਕੀ ਉਹਨਾਂ ਨੇ ਕੋਈ ਹੋਰ ਮਰਜ਼ਾਦਾ ਅਪਣਾਣੀ ਸੀ? ਉਹ ਮਰਜ਼ਾਦਾ ਗੁਰੂ ਰਾਮਦਾਸ ਜੀ ਮਹਾਰਾਜ ਦੇ ਉਚਾਰਨ ਕੀਤੇ ਹੋਏ ਲਾਵਾਂ ਦੇ ਸੂਹੀ ਰਾਗ ਦੇ ਲਾਵਾਂ ਦੇ 4 ਸ਼ਬਦਾਂ ਨਾਲ ਹੀ ਸੰਪੂਰਨ ਹੋਈ ਹੋਏਗੀ। ਇਸੇ ਤਰ੍ਹਾਂ ਉਹਨਾਂ ਦੇ ਬੇਟੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਵੀ ਆਨੰਦ ਕਾਰਜ ਹੋਇਆ ਤੇ ਅਨੁਮਾਨਿਤ ਤੌਰ ਤੇ ਅਸੀਂ ਕਹਿ ਸਕਦੇ ਹਾਂ ਸਭ ਤੋਂ ਪਹਿਲਾ ਆਨੰਦ ਕਾਰਜ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਹਨਾਂ ਲਾਵਾਂ ਦੇ ਨਾਲ ਹੋਇਆ ਹੋਵੇਗਾ। ਸੋ ਇਸ ਗੱਲ ਵਿੱਚ ਕੋਈ ਸ਼ੰਕਾ ਨਹੀਂ ਰਹਿਣਾ ਚਾਹੀਦਾ। ਸੋ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ। ਮੇਰਾ ਸਵਾਲ ਦਾ ਉੱਤਰ ਲਗਭਗ ਇੱਥੇ ਹੀ ਪੂਰਾ ਹੋ ਜਾਂਦਾ ਹੈ। ਪਰ ਜਿਹੜਾ ਨਾਨਕ ਨਿਰਮਲ ਪੰਥ ਦੀ ਮਰਜ਼ਾਦਾ ਅੱਜ ਕੱਲ੍ਹ ਸਤਨਾਮੀਆਂ ਸਿੱਖਾਂ ਵਿੱਚ, ਨਾਨਕ ਪੰਥੀ ਸਿੱਖਾਂ ਵਿੱਚ ਹੈ, ਉਹ ਦੱਸਦੀ ਹੈ ਕਿ ਗੁਰੂ ਪਾਤਸ਼ਾਹ ਨੇ ਆਪਣੇ ਜੀਵਨ ਕਾਲ ਦੌਰਾਨ ਸਿੱਖਾਂ ਨੂੰ ਵੀ ਸੁਚੇਤ ਕਰ ਦਿੱਤਾ ਸੀ ਕਿ ਹੁਣ ਨਿਰਮਲ ਪੰਥ ਜਿਹੜਾ ਨਾਨਕ ਨਿਰਮਲ ਪੰਥ ਚਲਾਇਆ ਉਹਦੀ ਮਰਜ਼ਾਦਾ ਵੱਖਰੀ ਹੋਏਗੀ ਔਰ ਜ਼ਿੰਦਗੀ ਦੇ 4 ਸੰਸਕਾਰ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿੱਚੋਂ ਸਾਨੂੰ ਮਿਲ ਜਾਂਦੇ ਨੇ ਜੀ। ਬਹੁਤ ਬਹੁਤ ਧੰਨਵਾਦ। ਭੁੱਲ ਗਲਤੀ ਲੇਖੇਵਾਂ ਕੋਈ ਸ਼ੰਕਾ ਰਹਿ ਗਿਆ ਫਿਰ ਵਿਚਾਰ ਕਰਕੇ ਤੁਹਾਡੇ ਤੋਂ ਸੇਧ ਲੈ ਕੇ ਅੱਗੇ ਫਿਰ ਚੱਲਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। तो प्रिंसिपल साहब जी ने बड़े विस्तार नाल और इतिहासक हवालियां नाल और लिखतां दी जिहड़ियां ਵੱਖ-ਵੱਖ लिखतां ने उन्हां दे रैफरेंस दे के बड़े सही तरीके नाल इस बड़ा औखा सवाल सीगा ते इन्हां ने इहदा हल कीता। आप जी दा बहुत बहुत धन्नवाद है। तो ये जो न्यारी मर्यादा गुरु नानक पातशाह दे इस मत विच चल रही है, जिहड़ी आपां आनंद कारज दी अज गल चल रही है कि सूही राग ਵਿੱਚ ਜਿਹੜੀਆਂ ਲਾਵਾਂ ਨੇ ਭਾਵੇਂ ਉਹਨਾਂ ਦਾ ਅਧਿਆਤਮਕ ਵੀ ਅਰਥ ਹੈ ਪਰੰਤੂ ਸੰਸਾਰਕ ਤੌਰ ਤੇ ਜਿਹੜਾ ਇਹ ਹੈ ਆਨੰਦ ਕਾਰਜ। ਤੋਂ ਇਹਦੇ ਬਾਰੇ ਜਿਹੜੀ ਸਾਡੀ ਆਉਣ ਵਾਲੀ ਪੀੜ੍ਹੀ ਹੈ, ਜਿਹੜੇ ਨੌਜਵਾਨ ਬੱਚੇ ਨੇ, ਉਹਨਾਂ ਨੂੰ ਆਨੰਦ ਕਾਰਜ ਦੀ ਇਹ ਜਿਹੜੀ ਇੰਪੋਰਟੈਂਸ ਹੈ ਇਹ ਦੱਸਣੀ ਬੜੀ ਜ਼ਰੂਰੀ ਹੈ। ਵੈਸੇ ਤਾਂ ਸਾਡੀ ਮਰਿਆਦਾ 'ਚ ਲਿਖਿਆ ਕਿ ਸਿੱਖ ਬੱਚੇ ਦਾ ਆਨੰਦ ਕਾਰਜ ਸਿੱਖ ਬੱਚੀ ਨਾਲ ਹੋਵੇ ਤੇ ਵਾਈਸ ਵਰਸਾ ਸਿੱਖ ਬੱਚੀ ਦਾ ਸਿੱਖ ਬੱਚੇ ਨਾਲ ਹੋਵੇ। ਪਰ ਹੁਣ ਦੇਖਣ 'ਚ ਆ ਰਿਹਾ, ਪਹਿਲੇ ਤਾਂ ਆਪਾਂ ਇੱਧਰ ਵੈਸਟਰਨ ਕੰਟਰੀ ਸੁਣਦੇ ਸਾਂ, ਪਰ ਹੁਣ ਆਪਣੇ ਬੈਕ ਹੋਮ ਹਿੰਦੁਸਤਾਨ 'ਚ ਵੀ ਕਈ ਇਹੋ ਜਿਹੇ ਕੇਸ ਸਾਹਮਣੇ ਆਉਂਦੇ ਨੇ ਕਿ ਸਾਡੇ ਬੱਚੇ ਬੱਚੀਆਂ ਜਿਹੜੇ ਨੇ ਉਹ ਆਪਣੇ ਮਤ ਛੱਡ ਕੇ ਅਨਮਤੀਆਂ 'ਚ ਉਹ ਜਿਹੜੇ ਨੇ ਉਹ ਵਿਆਹ ਕਰਦੇ ਨੇ। ਤੋ ਇਹਦੇ ਬਾਰੇ ਮੈਂ ਸਮਝਦਾ ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਇਹ ਮਤ ਹੈ ਇਹ ਤਾਂ ਬਹੁਤ ਖਜ਼ਾਨਾ ਬਹੁਤ ਤਗੜਾ ਕਿ ਉਹਦਾ ਦੇਖਾ ਖੋਲ ਡਿੱਠਾ ਖਜ਼ਾਨਾ, ਪਰ ਅਸੀਂ ਖੋਲ ਕੇ ਦੇਖਿਆ ਨਹੀਂ। ਇਹਨੂੰ ਖੋਲ ਕੇ ਦੇਖਣ ਦੀ ਪ੍ਰਚਾਰਨ ਦੀ ਲੋੜ ਹੈ ਤਾਂ ਜੇ ਪਤਾ ਲੱਗੇ ਕਿ ਇਹਨਾਂ ਦੀ ਕੀ ਇੰਪੋਰਟੈਂਸ ਹੈ, ਨਿਆਲਾਪਨ ਕਿਵੇਂ ਰਹੇਗਾ। ਜੇਕਰ ਅਸੀਂ ਆਪਣੇ ਗੁਰਮਰਿਆਦਾ ਤੇ ਚੱਲਾਂਗੇ ਤਾਂ ਹੀ ਨਿਆਰੇ ਹਾਂ। ਪਰ ਜਿਸ ਤਰ੍ਹਾਂ ਮੈਂ ਇਸ਼ਾਰੇ ਮਾਤਰ ਕਿਹਾ ਕਿ ਅੱਜ ਕੱਲ੍ਹ ਦੇ ਸਮੇਂ ਵਿੱਚ ਜਿਹੜੇ ਬੱਚੇ ਬੱਚੀਆਂ ਨੇ ਬਹੁਤ ਗਿਣਤੀ ਵਿੱਚ, ਕਾਫੀ ਗਿਣਤੀ ਵਿੱਚ ਇਹ ਇਸ ਪ੍ਰਭਾਵ ਤੋਂ ਨਿਕਲਦੇ ਨਜ਼ਰ ਆਉਂਦੇ ਨੇ। ਲੋੜ ਹੈ ਆਪਣੇ ਇਸ ਪ੍ਰਚਾਰ ਦੀ ਲਹਿਰ ਨੂੰ ਪ੍ਰਚੰਡ ਕਰਨ ਦੀ ਜਿਹੜੀ ਕਾਫੀ ਸੁਸਤ ਚੱਲ ਰਹੀ ਹੈ। ਸੋ ਸਹੀ ਪ੍ਰਚਾਰ ਔਰ ਪ੍ਰਚੰਡ ਪ੍ਰਚਾਰ ਦੀ ਲੋੜ ਹੈ ਤਾਂ ਜੇ ਇਹ ਸਾਡੇ ਜਿਹੜਾ ਨਵੇਕਲਾਪਣ ਹੈ ਉਹ ਸਤਿਗੁਰਾਂ ਦੀ ਬਖਸ਼ਿਸ਼ ਨਾਲ ਕਾਇਮ ਰਹਿ ਸਕੇ।